देश दुनिया की हर वड्डी खबर के लिए हुणे डाउनलोड करो नंबर 1 न्यूज़ ऐप दैनिक सवेरा टाइम्स। ਜਥੇਬੰਦੀਆਂ ਦੇ ਪ੍ਰਧਾਨਾਂ ਨੂੰ ਵੀ ਅਪੀਲ ਕਰਾਂਗਾ ਕਿ ਵੀ ਮੇਰਾ ਰਾਸਤਾ ਰੋਕਣ ਦਾ ਕਾਰਨ ਕੀ ਹੈ, ਹਾਲੇ ਤੱਕ ਸਮਝ ਨਹੀਂ ਆਇਆ। ਔਰ ਅਪੀਲ ਇਹ ਕਰਦਾ ਕਿ ਮੇਰਾ ਰਾਸਤਾ ਰੋਕਣਾ ਤੁਹਾਡਾ ਬਣਦਾ ਨਹੀਂ। ਨਾ ਮੈਂ ਅੱਜ ਤੁਹਾਡੀ ਕਿਸੇ ਐਕਟ ਜਾਂ ਕਾਨੂੰਨ ਦੇ ਵਿੱਚ ਕੋਈ ਸਾਡੀ ਦਖਲਅੰਦਾਜ਼ੀ ਕਰ ਸਕਦਾ ਹਾਂ, ਨਾ ਉਹਦੇ ਲਈ ਵਧਾ ਸਕਦਾ, ਨਾ ਉਹਨੂੰ ਘਟਾ ਸਕਦਾ, ਨਾ ਕਿਸੇ ਨੂੰ ਸਲਾਹ ਇਸ ਵਾਸਤੇ ਦੇ ਸਕਦਾ। ਕਮਿਸ਼ਨ ਦਾ ਨਹੀਂ ਆ ਤੇ ਮੈਂ ਬੀਜੇਪੀ ਦਾ ਲੀਡਰ ਦੇ ਤੌਰ ਤੇ ਦੇਖਣਾ ਇਹ ਆਪਣੇ ਆਪ 'ਚ ਗਲਤ ਹੈ। ਡੀਜੀਪੀ ਦੇ ਨਾਲ ਮੈਂ ਚੀਫ ਸੈਕਟਰੀ ਨੂੰ ਵੀ ਚਿੱਠੀ ਲਿਖਾਂਗਾ ਔਰ ਉਹਨਾਂ ਨੂੰ ਵੀ ਕਹਾਂਗਾ ਕਿ ਸਪਸ਼ਟੀਕਰਨ ਦੇਣ ਕਿ ਮੇਰਾ ਰਸਤਾ ਰੋਕਣ ਜਾਂ ਮੇਰੀ ਵਿਵਸਥਾ ਦੇ ਵਿੱਚ ਰੁਕਾਵਟ ਕਿਉਂ ਬਣੀ ਜਾਂਦੀ ਔਰ ਅੱਗੇ ਤੋਂ ਭਵਿੱਖ 'ਚ ਨਾ ਬਣੇ। ਐਸਸੀ ਕਮਿਸ਼ਨ ਦੇ ਚੇਅਰਮੈਨ ਵਿਜੇ ਸਾਂਪਲਾ ਜੀ ਅੱਜ ਕੱਲ੍ਹ ਪੰਜਾਬ ਦੇ ਟੂਰ 'ਤੇ ਆ, ਪਰ ਉਹ ਕਿਤੇ ਆ ਜਾ ਨਹੀਂ ਪਾ ਰਹੇ। ਜਗ੍ਹਾ ਜਗ੍ਹਾ 'ਤੇ ਕਿਸਾਨ ਉਹਨਾਂ ਦਾ ਵਿਰੋਧ ਕਰ ਰਹੇ ਨੇ, ਉਹਨਾਂ ਨੂੰ ਆਉਣ ਜਾਣ 'ਚ ਦਿੱਕਤ ਹੋ ਰਹੀ ਹੈ। ਸਾਡੇ ਨਾਲ ਵਿਜੇ ਸਾਂਪਲਾ ਜੀ ਆ, ਉਹਨਾਂ ਤੋਂ ਜਾਣਦੇ ਆ ਵੀ ਕਿਸਾਨ ਉਹਨਾਂ ਦਾ ਵਿਰੋਧ ਕਿਉਂ ਕਰ ਰਹੇ ਨੇ, ਕੀ ਐਜ ਏ ਬੀਜੇਪੀ ਨੇਤਾ ਉਹਨਾਂ ਦਾ ਵਿਰੋਧ ਹੋ ਰਿਹਾ ਜਾਂ ਐਜ ਏ ਐਸਸੀ ਕਮਿਸ਼ਨ ਦੇ ਚੇਅਰਮੈਨ ਦੇ ਤੌਰ 'ਤੇ ਵਿਰੋਧ ਹੋ ਰਿਹਾ। ਸਾਂਪਲਾ ਜੀ, ਤੁਹਾਡਾ ਕਿਸਾਨ ਲਗਾਤਾਰ ਵਿਰੋਧ ਕਰ ਰਹੇ ਨੇ। ਪਹਿਲੇ ਤਾਂ ਸਾਨੂੰ ਗੱਲ ਸਮਝ ਆਉਂਦੀ ਸੀਗੀ ਜਿਸ ਟਾਈਮ ਤੁਸੀਂ ਚੇਅਰਮੈਨ ਨਹੀਂ ਬਣੇ ਸੀ ਨੈਸ਼ਨਲ ਐਸਸੀ ਕਮਿਸ਼ਨ ਦੇ, ਹੁਣ ਤੁਸੀਂ ਚੇਅਰਮੈਨ ਬਣ ਗਏ ਹੋ, ਪਰ ਹੁਣ ਵੀ ਜਿਹੜਾ ਹੈ ਲਗਾਤਾਰ ਤੁਹਾਡਾ ਵਿਰੋਧ ਹੋ ਰਿਹਾ। ਤੁਹਾਨੂੰ ਪੰਜਾਬ 'ਚ ਵੱਖ-ਵੱਖ ਜਗ੍ਹਾ 'ਤੇ ਨਹੀਂ ਜਾਣ ਦਿੱਤਾ ਜਾ ਰਿਹਾ। ਇਸ ਗੱਲ ਨੂੰ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ? ਦੇਖੋ, ਪਹਿਲਾਂ ਤਾਂ ਮੈਂ ਇਸ ਸਾਰੀਆਂ ਘਟਨਾਵਾਂ ਦੀ ਮੈਂ ਨਿੰਦਾ ਵੀ ਕਰਾਂਗਾ ਔਰ ਨਾਲ ਇਹ ਮੈਂ ਕਿਸਾਨ ਜਥੇਬੰਦੀਆਂ ਦੇ ਸਾਰੇ ਜਥੇਬੰਦੀਆਂ ਦੇ ਪ੍ਰਧਾਨਾਂ ਨੂੰ ਵੀ ਅਪੀਲ ਕਰਾਂਗਾ ਕਿ ਵੀ ਮੇਰਾ ਰਾਸਤਾ ਰੋਕਣ ਦਾ ਕਾਰਨ ਕੀ ਹੈ, ਹਾਲੇ ਤੱਕ ਸਮਝ ਨਹੀਂ ਆਇਆ। ਔਰ ਅਪੀਲ ਇਹ ਕਰਦਾ ਕਿ ਮੇਰਾ ਰਾਸਤਾ ਰੋਕਣਾ ਤੁਹਾਡਾ ਬਣਦਾ ਨਹੀਂ। ਨਾ ਮੈਂ ਅੱਜ ਤੁਹਾਡੀ ਕਿਸੇ ਐਕਟ ਜਾਂ ਕਾਨੂੰਨ ਦੇ ਵਿੱਚ ਕੋਈ ਸਾਡੀ ਦਖਲਅੰਦਾਜ਼ੀ ਕਰ ਸਕਦਾ ਹਾਂ, ਨਾ ਉਹਦੇ ਲਈ ਵਧਾ ਸਕਦਾ, ਨਾ ਉਹਨੂੰ ਘਟਾ ਸਕਦਾ, ਨਾ ਕਿਸੇ ਨੂੰ ਸਲਾਹ ਇਸ ਵਾਸਤੇ ਦੇ ਸਕਦਾ। ਮੈਂ ਸਰਕਾਰ ਨੂੰ ਅਗਰ ਸਲਾਹ ਵੀ ਦੇਣੀ ਹੋਵੇ ਤਾਂ ਐਸੀਆਂ ਦੇ ਮੁੱਦਿਆਂ ਦੇ ਉੱਤੇ ਹੀ ਦੇ ਸਕਦਾ। ਸੋ ਮੇਰਾ ਰਾਸਤਾ ਰੋਕਣਾ ਉਹ ਕਿਸੇ ਵੀ ਤਰ੍ਹਾਂ 'ਤੇ ਨਿਆਂ ਸੰਗਤ ਨਹੀਂ। ਹਾਂ, ਕਈ ਵਾਰੀ ਉਹ ਇਹ ਦੇਖਣ ਨੂੰ ਆਇਆ ਕਿ ਵੀ ਉਹ ਰਾਸਤਾ ਰੋਕਣ ਦੇ ਲਈ ਕਈ ਹੋਰ ਕਾਰਨ ਵੀ ਹੋਵੇ, ਕਿਉਂਕਿ ਮੈਨੂੰ ਅਨੁਸੂਚਿਤ ਜਾਤੀ ਦੇ ਲੋਕਾਂ ਨੂੰ ਇਨਸਾਫ ਦਿਵਾਉਣ ਲਈ ਜਗ੍ਹਾ ਉਹਨਾਂ ਦੇ ਘਰਾਂ ਤੱਕ ਵੀ ਜਾਣਾ ਪਏਗਾ, ਉਹਨਾਂ ਪਿੰਡਾਂ 'ਚ ਵੀ ਜਾਣਾ ਪਏਗਾ। ਔਰ ਇਹ ਕਿਸੇ ਨਾ ਕਿਸੇ ਤਰੀਕੇ ਨਾਲ ਉਹ ਤਾਕਤਾਂ ਜਿਹੜੀਆਂ ਉਹਨਾਂ ਨੂੰ ਬੜਾਵਾ ਦੇ ਰਹੀਆਂ ਜਾਂ ਅਨੁਸੂਚਿਤ ਜਾਤੀ ਦੇ ਖਿਲਾਫ ਕੰਮ ਕਰ ਰਹੀਆਂ, ਉਹ ਇਹ ਰਾਸਤਾ ਰੋਕ ਰਹੀਆਂ। ਅਤੇ ਮੈਂ ਇਸੇ ਕਰਕੇ ਅਪੀਲ ਕਰਦਾ ਕਿ ਕਿਸਾਨ ਜਥੇਬੰਦੀਆਂ ਨੇ ਹਮੇਸ਼ਾ ਭਾਈਚਾਰਕ ਸਾਂਝ ਬਣਾਈ ਹੈ ਔਰ ਕਿਸਾਨ ਅਨੁਸੂਚਿਤ ਜਾਤੀ ਤੋਂ ਬਿਨਾਂ ਕੰਮ ਹੀ ਨਹੀਂ ਕਰ ਸਕਦਾ, ਕਿਉਂਕਿ ਕਿਸਾਨ ਦੇ ਖੇਤਾਂ 'ਚ ਮਜ਼ਦੂਰ ਜਿਹੜਾ ਹੈ ਉਹ ਅਨੁਸੂਚਿਤ ਜਾਤੀ ਦੇ ਨਾਲ ਕੰਮ ਕਰਨ ਵਾਲਾ ਹੈ। ਸੋ ਇਹ ਤਾਲਮੇਲ ਬਣਾਉਣਾ ਚਾਹੀਦਾ ਸੀ ਉਹਨਾਂ ਨੂੰ, ਜਦ ਕਿ ਉਹ ਰਸਤਾ ਰੋਕ ਕੇ ਦੱਸਣਾ ਚਾਹੁੰਦੇ, ਜਾਂ ਕਿਤੇ ਇਹ ਕਹਿ ਉਹਨਾਂ ਦਾ ਕਿਤੇ ਮਤਲਬ ਇਹ ਵੀ ਹੋ ਸਕਦਾ ਕਿ ਅਨੁਸੂਚਿਤ ਜਾਤੀ ਦੇ ਲੋਕਾਂ ਦੇ ਲਈ ਇਨਸਾਫ ਦਿਵਾਉਣ ਦੇ ਲਈ ਮੈਂ ਜ਼ਿਆਦਾ ਕੰਮ ਨਾ ਕਰਾਂ, ਉਹ ਮੇਰਾ ਰਸਤਾ ਰੋਕਣ ਦਾ ਇੱਕ ਕਾਰਨ ਹੋ ਸਕਦਾ। ਬਾਕੀ ਮੈਨੂੰ ਕੋਈ ਨਹੀਂ ਸਮਝ ਆਇਆ। ਸੋ ਇਹਦੇ ਲਈ ਮੈਂ ਉਹਨਾਂ ਨੂੰ ਅਪੀਲ ਵੀ ਕਰਾਂਗਾ ਕਿ ਜੇ ਉਹਨਾਂ ਨੇ ਕਿਤੇ ਕੀਤਾ ਤਾਂ ਐਸਾ ਨਾ ਕਰਨ। ਜੇ ਉਹ ਨਹੀਂ ਕਹਿ ਰਹੇ ਤਾਂ ਉਹ ਆਪਣੇ ਕਾਰਿਆਕਰਤਾਵਾਂ ਨੂੰ ਇਸ ਐਸੀਆਂ ਘਟਨਾਵਾਂ ਹਰਕਤਾਂ ਤੋਂ ਰੋਕਣ, ਤਾਂ ਕਿ ਅਸੀਂ ਪੰਜਾਬ ਦੇ ਵਿੱਚ ਸਾਂਝੀਵਾਲਤਾ ਭਾਈਚਾਰਕ ਸਾਂਝ ਨੂੰ ਵਧਾ ਸਕੀਏ ਔਰ ਜਿਹੜੇ ਪੀੜਿਤ ਲੋਕ ਨੇ ਉਹਨਾਂ ਨੂੰ ਇਨਸਾਫ ਜਿਹੜਾ ਦਿਵਾਉਣ ਦੇ ਵਿੱਚ ਅਸੀਂ ਸਾਰੇ ਮਿਲ ਕੇ ਸਹਾਇਕ ਹੋ ਕੇ ਇੱਕ ਦੂਸਰੇ ਦਾ ਬਣ ਕੇ ਕੰਮ ਕਰੀਏ। ਸਾਂਪਲਾ ਜੀ, ਜਿਹੜਾ ਰਸਤਾ ਰੋਕਿਆ ਜਾ ਰਿਹਾ ਉਹ ਕਹਿੰਦੇ ਅਸੀਂ ਐਸਸੀ ਕਮਿਸ਼ਨ ਦੇ ਚੇਅਰਮੈਨ ਦਾ ਰਸਤਾ ਨਹੀਂ ਰੋਕ ਰਹੇ, ਅਸੀਂ ਤਾਂ ਇੱਕ ਬੀਜੇਪੀ ਦੇ ਲੀਡਰ ਦਾ ਰਸਤਾ ਰੋਕ ਰਹੇ ਹਾਂ, ਕਿਉਂਕਿ ਬੀਜੇਪੀ ਜਿਹੜੀ ਕੇਂਦਰ ਦੀ ਸਰਕਾਰ ਹੈ ਉਹ 3 ਖੇਤੀ ਕਾਨੂੰਨ ਲੈ ਕੇ ਆਈ ਹੈ ਜੋ ਕਿ ਸਾਨੂੰ ਮਨਜ਼ੂਰ ਨਹੀਂ। ਮੈਂ ਤਾਂ ਪਹਿਲਾਂ ਕਿਹਾ ਕਿ ਜਦੋਂ ਤੱਕ ਤੁਸੀਂ ਆਪ ਸਵਾਲ ਸ਼ੁਰੂ ਹੀ ਉੱਥੋਂ ਕੀਤਾ ਸੀ ਕਿ ਪਹਿਲਾਂ ਤੱਕ ਤਾਂ ਸਮਝ ਆਉਂਦਾ ਸੀ, ਹੁਣ ਨਹੀਂ। ਭਾਵ ਜਦੋਂ ਤੱਕ ਮੈਂ ਐਸਸੀ ਕਮਿਸ਼ਨ ਦਾ ਚੇਅਰਮੈਨ ਨਹੀਂ ਸੀ ਬਣਿਆ, ਉਸ ਤੋਂ ਪਹਿਲਾਂ ਮੈਂ ਇੱਕ ਭਾਰਤੀ ਜਨਤਾ ਪਾਰਟੀ ਦਾ ਲੀਡਰ ਸੀਗਾ। ਉਸ ਤਰੀਕੇ ਨਾਲ ਉਹ ਮੇਰੇ ਨਾਲ ਚਾਹੇ ਗੱਲ ਕਰ, ਅਸੀਂ ਉਦੋਂ ਵੀ ਕਹਿੰਦੇ ਸੀ ਗੱਲ ਕਰ ਲਓ, ਪਰ ਅੱਜ ਮੈਂ ਕਮਿਸ਼ਨ ਦਾ ਚੇਅਰਮੈਨ ਬਣ ਗਿਆ। ਅੱਜ ਮੇਰੇ ਰਾਸਤਾ ਰੋਕਣ ਦੇ ਮਾਇਨੇ ਬਦਲ ਗਏ ਨੇ। ਮੈਂ ਜਿਸ ਦਿਨ ਦੀ ਨਿਯੁਕਤੀ ਆਪਣੀ ਚੇਅਰਮੈਨੀ ਸੰਭਾਲੀ ਆ, ਉਸ ਦਿਨ ਤੋਂ ਲੈ ਕੇ ਹੁਣ ਤੱਕ ਕੋਈ ਵੀ ਪੋਲੀਟੀਕਲ ਸਟੇਟਮੈਂਟ ਨਹੀਂ ਦਿੱਤੀ। ਉਹਦਾ ਕਾਰਨ ਹੀ ਇਹ ਹੈ ਕਿ ਮੇਰਾ ਹੁਣ ਦਾਇਤਵ ਜਿਹੜਾ ਆ ਉਹ ਕਿਸੇ ਵੀ ਰਾਜਨੀਤਿਕ ਪਾਰਟੀ ਦੇ ਨਾਲ ਸੰਬੰਧਿਤ ਹੋਵੇ, ਚਾਹੇ ਉਹ ਕਾਂਗਰਸ ਦਾ ਹੋਵੇ, ਅਕਾਲੀਆਂ ਦਾ ਹੋਵੇ, ਕਮਿਊਨਿਸਟਾਂ ਦਾ ਹੋਵੇ, ਜਿਹੜਾ ਦਲਿਤ ਸਮਾਜ ਦੇ ਨਾਲ ਸੰਬੰਧ ਰੱਖਦਾ
ਉਹ ਕਿਸੇ ਵੀ ਧਰਮ ਨਾਲ ਹੋਵੇ, ਉਹ ਸਿੱਖ ਧਰਮ 'ਚ ਹੋਵੇ, ਉਹ ਬੌਧ ਧਰਮ 'ਚ, ਜਿਹੜਾ ਵੀ ਅਨੁਸੂਚਿਤ ਜਾਤੀ ਦੀ ਕੈਟਾਗਰੀ ਦੇ ਵਿੱਚ ਆਉਂਦਾ, ਉਹ ਜਿਹੜਾ ਵੀ ਵਿਅਕਤੀ ਹੋਏਗਾ, ਉਹ ਕਿਸੇ ਧਰਮ ਦਾ ਹੋਵੇ, ਕਿਸੇ ਦਾ ਪਾਰਟੀ ਦਾ ਹੋਵੇ, ਉਹ ਅਪਰੋਚ ਕਰ ਸਕਦਾ ਹੈ। ਜਦੋਂ ਮੈਂ ਸਾਰਿਆਂ ਦੇ ਲਈ ਬਣ ਗਿਆ, ਮੇਰੇ ਲਈ ਕਾਂਗਰਸ ਦਾ ਐਸਸੀ ਵਰਗ ਵੀ ਓਨਾ ਹੀ ਜਿਹੜਾ ਮੇਰੇ ਲਈ ਅਹਿਮੀਅਤ ਰੱਖਦਾ ਜਿੰਨਾ ਭਾਰਤੀ ਜਨਤਾ ਪਾਰਟੀ ਦਾ, ਔਰ ਮੇਰੇ ਲਈ ਓਨਾ ਹੀ ਅਕਾਲੀਆਂ ਦਾ ਵੀ, ਔਰ ਕਮਿਊਨਿਸਟ, ਆਮ ਆਦਮੀ ਪਾਰਟੀ ਜਾਂ ਜਿੰਨੀਆਂ ਵੀ ਖੇਤਰੀ ਪਾਰਟੀਆਂ ਆਲ ਓਵਰ ਇੰਡੀਆ ਦੇ ਵਿੱਚ ਜਿੰਨੇ ਵੀ ਹੋਣਗੇ, ਉਹਨਾਂ ਸਾਰਿਆਂ ਦਾ ਮੇਰੇ ਲਈ ਇੱਕੋ ਨਜ਼ਰੀਆ ਹੈ। ਸੋ ਇਸ ਕਰਕੇ ਮੈਨੂੰ ਕਮਿਸ਼ਨ ਦਾ ਨਹੀਂ ਆ ਅਤੇ ਮੈਂ ਬੀਜੇਪੀ ਦਾ ਲੀਡਰ ਦੇ ਤੌਰ 'ਤੇ ਦੇਖਣਾ, ਇਹ ਆਪਣੇ ਆਪ 'ਚ ਗਲਤ ਹੈ। ਸਾਂਪਲਾ ਜੀ, ਤੁਹਾਡਾ ਰਾਸਤਾ ਰੋਕਿਆ ਜਾ ਰਿਹਾ, ਜਿੱਦਾਂ ਤੁਸੀਂ ਕਹਿ ਰਹੇ ਹੋ ਵੀ ਜਦੋਂ ਮੈਂ ਬੀਜੇਪੀ ਨੇਤਾ ਸੀਗਾ ਉਸ ਟਾਈਮ ਸਮਝ ਆਉਂਦਾ ਸੀਗਾ, ਪਰ ਹੁਣ ਮੈਂ ਐਸਸੀ ਕਮਿਸ਼ਨ ਦਾ, ਨੈਸ਼ਨਲ ਐਸਸੀ ਕਮਿਸ਼ਨ ਦਾ ਮੈਂ ਚੇਅਰਮੈਨ ਆ, ਤਾਂ ਹੁਣ ਇਹ ਗੱਲ ਸਮਝ ਨਹੀਂ ਆਉਂਦੀ। ਤਾਂ ਕਿਆ ਤੁਸੀਂ ਇਸ ਮਾਮਲੇ ਨੂੰ ਜਿਹੜੇ ਮਤਲਬ ਪੰਜਾਬ ਪੁਲਿਸ ਦੇ ਡੀਜੀਪੀ ਆ ਉਹਨਾਂ ਦੇ ਸਮਕਸ਼ ਉਠਾਓਗੇ, ਕੋਈ ਕੰਪਲੇਂਟ ਦਰਜ ਕਰਾਓਗੇ ਵੀ ਤਾਂ ਕਿ ਜਿਹਨਾਂ ਲੋਕਾਂ ਨੇ ਰਾਸਤਾ ਰੋਕਿਆ, ਤਾਂ ਕਿ ਤੁਸੀਂ ਜਿੱਦਾਂ ਕਹਿ ਰਹੇ ਹੋ ਵੀ ਤੁਸੀਂ ਜਿਹੜੇ ਇਨਸਾਫ ਦਿਲਾਉਣ ਦੀ ਗੱਲ ਕਰ ਰਹੇ ਹੋ, ਤੁਸੀਂ ਲੋਕਾਂ ਐਸੀ ਜਿਹੜਾ ਕਮਿਸ਼ਨ ਹੈਗਾ ਵੀ ਉਹ ਜਿਨ੍ਹਾਂ ਦੇ ਨਾਲ ਧੱਕਾ ਹੋਇਆ ਉਹਨਾਂ ਨੂੰ ਇਨਸਾਫ ਦਿਲਾਇਆ ਜਾ ਸਕੇ, ਤੁਸੀਂ ਉਸ ਲਈ ਕੰਮ ਕਰ ਰਹੇ ਹੋ। ਇਸ ਦਾ ਮਤਲਬ ਤੁਸੀਂ ਕਹਿ ਰਹੇ ਹੋ ਵੀ ਜਦੋਂ ਤੁਹਾਡਾ ਰਾਸਤਾ ਰੋਕਿਆ ਜਾਂਦਾ ਤਾਂ ਇੱਕ ਤਰ੍ਹਾਂ ਇਨਸਾਫ ਦੀ ਜਿਹੜੀ ਦਿਲਾਉਣ ਦੀ ਕੋਸ਼ਿਸ਼ ਹੈ ਉਸ 'ਚ ਰੁਕਾਵਟ ਪੈਦਾ ਕੀਤੀ ਜਾ ਰਹੀ ਹੈ। ਤਾਂ ਕਿਆ ਤੁਸੀਂ ਇਹ ਮਾਮਲਾ ਜਿਹੜਾ ਹੈ ਡੀਜੀਪੀ ਦੇ ਸਮਕਸ਼ ਉਠਾਓਗੇ ਤਾਂ ਕਿ ਜਿਹੜੀ ਉਹ ਸੁਰੱਖਿਆ ਵਿਵਸਥਾ ਹੈ ਉਸ 'ਚ ਇਸ ਤਰ੍ਹਾਂ ਦੀ ਕੁਤਾਲੀ ਨਾ ਵਰਤੀ ਜਾਏ ਔਰ ਇਸ ਤਰ੍ਹਾਂ ਤੁਹਾਡਾ ਰਾਸਤਾ ਜਿਹੜਾ ਨਾ ਰੁਕੇ? ਬਿਲਕੁਲ, ਮੈਂ ਡੀਜੀਪੀ ਦੇ ਨਾਲ ਮੈਂ ਚੀਫ ਸੈਕਟਰੀ ਨੂੰ ਵੀ ਚਿੱਠੀ ਲਿਖਾਂਗਾ ਔਰ ਉਹਨਾਂ ਨੂੰ ਵੀ ਕਹਾਂਗਾ ਕਿ ਸਪਸ਼ਟੀਕਰਨ ਦੇਣ ਕਿ ਮੇਰਾ ਰਾਸਤਾ ਰੋਕਣ ਜਾਂ ਮੇਰੀ ਵਿਵਸਥਾ ਦੇ ਵਿੱਚ ਰੁਕਾਵਟ ਕਿਉਂ ਬਣੀ ਜਾਂਦੀ, ਔਰ ਅੱਗੇ ਤੋਂ ਭਵਿੱਖ 'ਚ ਨਾ ਬਣੇ ਉਹਦੀ ਵਿਵਸਥਾ ਉਹ ਡੀਜੀਪੀ ਔਰ ਚੀਫ ਸੈਕਟਰੀ ਕਰਨ। ਇਹ ਉਹਨਾਂ ਦਾ ਕੰਮ ਹੈ, ਉਹਨਾਂ ਨੂੰ ਚਿੱਠੀ ਜ਼ਰੂਰ ਲਿਖਾਂਗਾ। ਤੁਹਾਨੂੰ ਲੱਗਦਾ ਇਸ 'ਚ ਕਿਸੇ ਅਫਸਰ ਦੀ ਵੀ ਲਾਪਰਵਾਹੀ ਹੈਗੀ ਹੈ ਜਿਹੜਾ ਇਸ ਤਰ੍ਹਾਂ ਦਾ ਇੰਸੀਡੈਂਟ, ਇਸ ਤਰ੍ਹਾਂ ਦੀ ਰੁਕਾਵਟ ਜਿਹੜੀ ਆ ਤੁਹਾਨੂੰ ਪੈਦਾ ਹੋਈ ਜਾਂ ਤੁਹਾਨੂੰ ਆਉਣ ਜਾਣ 'ਚ ਦਿੱਕਤ ਆਈ? ਦੇਖੋ, ਜੇ ਮੇਰੇ ਨਾਲ 50 ਬੰਦੇ ਪੁਲਿਸ ਦੇ ਹੋਣ ਅਤੇ 4 ਬੰਦੇ ਆਣ ਕੇ ਮੇਰੀ ਗੱਡੀ ਮੂਹਰੇ ਖੜ੍ਹੇ ਹੋ ਜਾਣ ਔਰ 4 ਹੀ ਹੋਣ, ਅਤੇ ਇਹਦੇ ਤੋਂ ਤੁਸੀਂ ਵੀ ਸਮਝ ਸਕਦੇ ਹੋ, ਮੈਂ ਵੀ ਸਮਝ ਸਕਦਾ। ਔਰ ਜੇ ਹਰਿਮੰਦਰ ਸਾਹਿਬ ਦੇ ਵਿੱਚ ਵੀਡੀਓ ਵਾਇਰਲ ਹੁੰਦੀ ਆ ਮੇਰਾ ਰਾਸਤਾ ਰੋਕੇ ਦੀ, ਇਹ ਤਾਂ ਸਾਰਿਆਂ ਨੂੰ ਉਹਦੇ 'ਤੇ ਜਵਾਬ ਦੇਣਾ ਚਾਹੀਦਾ ਕਿਸ ਤਰ੍ਹਾਂ ਹੋ ਗਿਆ। ਔਰ ਜੇ ਥਾਂ 'ਤੇ ਮੇਰਾ ਵਿਰੋਧ ਹੋ ਰਿਹਾ, ਮੁਰਦਾਬਾਦ ਦੇ ਨਾਅਰੇ ਲੱਗਦੇ ਆ, ਅਤੇ ਇਹ ਤਾਂ ਉਹਨਾਂ ਨੂੰ ਵੀ ਦੱਸਣਾ ਪਊਗਾ ਨਾ ਕਿ ਕਿਉਂ ਲੱਗ ਰਹੇ ਨੇ, ਉਹਨਾਂ ਨੇ ਵੀ ਜਵਾਬ ਦੇਣਾ ਚਾਹੀਦਾ। ਅਤੇ ਇਸ ਦਾ ਮਤਲਬ ਤਾਂ ਇਹ ਲੱਗ ਰਿਹਾ ਤੁਹਾਨੂੰ, ਇਹ ਲੱਗ ਰਿਹਾ ਵੀ ਜਿੱਦਾਂ ਇਹ ਸੋਚੀ ਸਮਝੀ ਸਾਜ਼ਿਸ਼ ਦਾ ਹਿੱਸਾ? ਦੇਖੋ, ਮੇਰਾ ਰਾਸਤਾ ਰੋਕਣ ਦਾ ਕੋਈ ਤੁੱਕ ਨਹੀਂ ਬਣਦਾ, ਸਿਰਫ ਇੱਕੋ ਹੀ ਤੁੱਕ ਆ, ਗਰੀਬ ਪੀੜਤ ਪਰਿਵਾਰਾਂ ਦੇ ਨੂੰ ਮਿਲਣ ਵਾਲੇ ਨਿਆਂ ਦੀ ਰੁਕਾਵਟ ਬਣਨਾ ਹੀ ਆ, ਉਹਨਾਂ ਨੂੰ ਨਿਆਂ ਨਾ ਮਿਲ ਜਾਏ। ਕਿਉਂਕਿ ਜਦੋਂ ਨਿਆਂ ਦਿਆਂਗੇ ਤਾਂ ਕਿਸੇ ਤਾਕਤਵਰ ਦੇ ਖਿਲਾਫ ਜਾਏਗਾ, ਕਿਉਂਕਿ ਤਾਕਤਵਰ ਹੀ ਜ਼ੁਲਮ ਕਰਦਾ ਅਤੇ ਉਹ ਹੀ ਕਿਤੇ ਨਾ ਕਿਤੇ ਬਰਦਾਸ਼ਤ ਕਰਨ ਦੀ ਹੈਸੀਅਤ ਨਹੀਂ ਰੱਖਦਾ। ਔਰ ਉਹਦੇ 'ਚ ਅਫਸਰ ਵੀ ਹੋ ਸਕਦੇ ਆ, ਤਾਕਤਾਂ ਹੋਰ ਵੀ ਤਾਕਤਾਂ ਹੋ ਸਕਦੀਆਂ, ਪਰ ਇਨਸਾਫ ਲਈ ਜੇ ਮੈਨੂੰ ਜ਼ਿੰਮੇਵਾਰੀ ਦਿੱਤੀ ਗਈ ਹੈ ਤਾਂ ਮੇਰਾ ਫਰਜ਼ ਬਣਦਾ ਉਹਨੂੰ ਆਪਣੀ ਜਿਹੜੀ ਹੈ ਪੂਰੀ ਤਨਦੇਹੀ ਨਾਲ ਨਿਭਾਵਾਂ। ਚਲੋ, ਥੈਂਕ ਯੂ। ਇਹ ਸੀਗੇ ਵਿਜੇ ਸਾਂਪਲਾ ਜੀ, ਜੋ ਕਿ ਐਸਸੀ ਕਮਿਸ਼ਨ ਦੇ, ਨੈਸ਼ਨਲ ਐਸਸੀ ਕਮਿਸ਼ਨ ਦੇ ਚੇਅਰਮੈਨ ਹੈ ਔਰ ਪੰਜਾਬ ਵਿੱਚ ਜਗ੍ਹਾ ਜਗ੍ਹਾ ਕਿਸਾਨਾਂ ਵੱਲੋਂ ਉਹਨਾਂ ਦਾ ਰਾਸਤਾ ਰੋਕਿਆ ਜਾ ਰਿਹਾ। ਔਰ ਵਿਜੇ ਸਾਂਪਲਾ ਜੀ ਦਾ ਕਹਿਣਾ ਵੀ ਇਹ ਇੱਕ ਸੋਚੀ ਸਮਝੀ ਸਾਜ਼ਿਸ਼ ਹੈ, ਜਿਸ ਦੀ ਕੰਪਲੇਂਟ ਉਹ ਡੀਜੀਪੀ ਨੂੰ ਵੀ ਕਰਨ ਜਾ ਰਹੇ ਨੇ ਔਰ ਪੰਜਾਬ ਦੇ ਚੀਫ ਸੈਕਟਰੀ ਨੂੰ ਵੀ ਕਰਨ ਜਾ ਰਹੇ ਆ, ਔਰ ਉਹ ਮੰਗ ਕਰ ਰਹੇ ਆ ਵੀ ਜਿਹੜੇ ਇਸ 'ਚ ਸ਼ਾਮਿਲ ਹੈ ਇਸ ਦੇ ਇਨਕੁਆਇਰੀ ਕੀਤੀ ਜਾਵੇ ਔਰ ਜਿਹੜੇ ਅਫਸਰ ਇਸ ਮਾਮਲੇ 'ਚ ਸ਼ਾਮਿਲ ਹੈ, ਇਸ ਸਾਜ਼ਿਸ਼ 'ਚ ਸ਼ਾਮਿਲ ਹੈ ਜਾਂ ਜਿਨ੍ਹਾਂ ਨੇ ਲਾਪਰਵਾਹੀ ਕੀਤੀ ਹੈ, ਉਹਨਾਂ ਦੇ ਖਿਲਾਫ ਐਕਸ਼ਨ ਜਿਹੜਾ ਜ਼ਰੂਰ ਹੋਣਾ ਚਾਹੀਦਾ। ਮੈਂ ਦਿਨੇਸ਼ ਕੋਲ, ਕੈਮਰਾਮੈਨ ਉਮਰ ਯਾਦਵ ਦੇ ਨਾਲ, ਦੈਨਿਕ ਸਵੇਰਾ ਟੀਵੀ ਲਈ, ਚੰਡੀਗੜ੍ਹ ਤੋਂ। ऑल वर्ल्ड ओपन चैलेंज 17 टाइम गोल्ड मेडलिस्ट मियां रफीक मोहम्मद, पंडित, मौलवी, बेगम, तांत्रिक, इन्हां चोरा ठग्गां तो सावधान। स्पेशलिस्ट वशीकरण, सट्टा नंबर, लव मैरिज, पति पत्नी च अनबन, विदेश च पक्का होना, कारोबार दा ना चलना, सिर्फ 31 घंटियां विच समाधान। फ्री 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 मियां रफीक मोहम्मद। मोबाइल 84 374 94 647, 84 374 94 648। पंडित राधे शर्मा, चमत्कार ਹੁੰਦੇ ਵੇਖੋ ਆਪਣੀਆਂ ਅੱਖਾਂ ਦੇ ਸਾਹਮਣੇ। 24 ਘੰਟੇ ਵਿੱਚ ਪਾਓ ਹਰ ਪਰੇਸ਼ਾਨੀ ਦਾ ਹੱਲ। ਮੁਸਲਮਾਨੀ, ਰੂਹਾਨੀ ਅਤੇ ਕਾਲੇ ਇਲਮ ਦੇ ਬਾਦਸ਼ਾਹ, ਮੇਰੇ ਕੀਤੇ ਨੂੰ ਮੇਰੇ ਤੋਂ ਇਲਾਵਾ ਕੋਈ ਕੱਟ ਨਹੀਂ ਸਕਦਾ। ਮੋੜੀ ਵਸ਼ੀਕਰਨ ਕਰਵਾਓ, ਮਨਚਾਹਾ ਪਿਆਰ ਪਾਓ, ਲਵ ਮੈਰਿਜ, ਸੌਤਨ ਦੁਸ਼ਮਣ ਤੋਂ ਛੁਟਕਾਰਾ, ਤਲਾਕ ਕੇਸ, ਜ਼ਮੀਨੀ ਝਗੜਾ, ਨੌਕਰੀ, ਕਾਰੋਬਾਰ ਚ ਰੁਕਾਵਟ, ਵਿਦੇਸ਼ ਯਾਤਰਾ, ਲੋਟਰੀ ਤੋਂ ਤੁਹਾਨੂੰ ਮਿਲੇਗਾ ਜਾਂ ਨਹੀਂ, ਸੱਚਾਈ ਜਾਣੋ। ਲੋਟਰੀ ਨੰਬਰ ਪਾਓ 649 ਹੋਵੇ ਜਾਂ ਲੋਟੋ ਮੈਕਸ, ਤੁਹਾਡੀ ਹਰ ਗੱਲ 100% ਗੁਪਤ ਰੱਖੀ ਜਾਵੇਗੀ। ਪਿਆਰ ਵਿੱਚ ਧੋਖਾ ਖਾਏ ਪ੍ਰੇਮੀ ਪ੍ਰੇਮਿਕਾ ਇੱਕ ਵਾਰ ਜ਼ਰੂਰ ਮਿਲੋ, ਮੈਂ ਤੁਹਾਡਾ ਪਿਆਰ ਟੁੱਟਣ ਨਹੀਂ ਦੇਵਾਂਗਾ। ਮੋਬਾਈਲ 98 768 045 80 85 588 38 617।